Like the video, subscribe to the channel and press the bell icon for latest video updates. ਦਰਸ਼ਕੋ ਜਿਵੇਂ ਤੁਹਾਨੂੰ ਪਤਾ ਹੈ ਠੰਡ ਵੀ ਬਹੁਤ ਹੈ, ਕੋਰਾ ਵੀ ਬਹੁਤ ਹੈ। ਦਿੱਲੀ ਕਿਸਾਨੀ ਸੰਘਰਸ਼ ਪੂਰੇ ਜ਼ੋਰ ਸ਼ੋਰ ਨਾਲ ਚੱਲ ਰਿਹਾ। ਸਰਕਾਰ ਅਜੇ ਵੀ ਕੋਈ ਸੁਣਨੇ ਦੇ ਮੂਡ 'ਚ ਨਹੀਂ ਲੱਗਦੀ ਹੈਗੀ। ਹੁਣ ਬਹੁਤ ਸਾਰੀਆਂ ਜਿਹੜੀਆਂ ਜਥੇਬੰਦੀਆਂ ਉਹਨਾਂ ਨੇ ਅਪੀਲ ਕੀਤੀ ਹੈਗੀ ਕਿ ਉੱਥੇ ਦਿੱਲੀ ਬਜ਼ੁਰਗਾਂ ਲਈ, ਔਰਤਾਂ ਲਈ, ਬੱਚਿਆਂ ਲਈ ਗਰਮ ਪਾਣੀ ਦੀਆਂ ਬੋਤਲਾਂ ਦੀ ਜ਼ਰੂਰਤ ਹੈਗੀ ਹੈ, ਜਿਹਦੇ ਵਿੱਚ ਬਹੁਤ ਸਾਰੀਆਂ ਜਥੇਬੰਦੀਆਂ ਖਾਸ ਤੌਰ 'ਤੇ ਜਲੰਧਰ ਤੋਂ ਇੱਕ NGO ਚਲਾਉਂਦੇ ਹੈਗੇ ਸਰ ਅਮਰਜੀਤ ਸਿੰਘ ਆਨੰਦ। ਇਹਨਾਂ ਨੇ ਫੋਰਨ 'ਚ ਰਿਸ਼ਤੇਦਾਰ, ਉਹਨਾਂ ਨੇ $500 ਭੇਜਿਆ ਹੈਗਾ। ਇਹਦੇ ਨਾਲ ਇਹਨਾਂ ਨੇ ਅਪੀਲ ਕੀਤੀ ਹੈਗੀ ਕੁਛ ਇੱਧਰੋਂ ਵੀ ਜਿਹੜੇ ਜਥੇਬੰਦੀਆਂ ਹੈਗੀਆਂ ਜਾਂ ਇੰਡੀਵਿਜੂਅਲ ਤੌਰ 'ਤੇ ਇਸ ਮਾਮਲੇ ਵਿੱਚ ਸਪੋਰਟ ਕਰਨ। ਇਹਨਾਂ ਨੇ ਸੈਚਰਡੇ ਨੂੰ ਗਰਮ ਪਾਣੀ ਦੀਆਂ ਬੋਤਲਾਂ ਦਿੱਲੀ ਲੈ ਕੇ ਜਾਣੀਆਂ ਹੈਗੀਆਂ। ਦਰਸ਼ਕੋ ਇਸ ਵਕਤ ਅਸੀਂ ਜਲੰਧਰ ਵਿਖੇ ਸਰਦਾਰ ਅਮਰਜੀਤ ਸਿੰਘ ਆਨੰਦ ਦੇ ਗ੍ਰਹਿ ਵਿਖੇ ਹੈਗੇ ਆ। ਅਮਰਜੀਤ ਸਿੰਘ ਆਨੰਦ ਬਹੁਤ ਅੱਛੇ ਸੋਸ਼ਲ ਵਰਕਰ ਹੈਗੇ ਆ। ਆਨੰਦ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੁਸੀਂ ਆਨੰਦ ਸਾਹਿਬ ਬੈਠੋ ਜੀ, ਬੈਠੋ। ਬਹੁਤ ਵਧੀਆ ਸੋਸ਼ਲ ਕੰਮ ਕਰਦੇ ਹੋ, ਖਾਸ ਤੌਰ 'ਤੇ ਡਿਸੇਬਲਡ ਲਈ ਵੀ ਤੁਸੀਂ NGO ਚਲਾਉਂਦੇ ਹੈਗੇ ਆ। ਇੱਕ ਮੈਂ ਤੁਹਾਡੇ ਫੇਸਬੁੱਕ 'ਤੇ ਦੇਖਿਆ ਸੀ ਆਨੰਦ ਸਾਹਿਬ, ਤੁਸੀਂ ਜਿਵੇਂ ਸਾਨੂੰ ਪਤਾ ਹੈਗਾ ਕਿਸਾਨ ਸੰਘਰਸ਼ ਚੱਲ ਰਿਹਾ ਹੈਗਾ, ਉਹਦੇ ਲਈ ਵੀ ਤੁਸੀਂ ਬਹੁਤ ਅੱਛਾ ਕੰਮ ਕਰ ਰਹੇ ਹੋ। ਬਜ਼ੁਰਗਾਂ ਲਈ, ਲੇਡੀਜ਼ ਲਈ, ਬੱਚਿਆਂ ਲਈ ਕੁਛ ਜਿਹੜੀਆਂ ਗਰਮ ਪਾਣੀ ਦੀਆਂ ਬੋਤਲਾਂ ਦਾ ਇੱਦਾਂ ਦਾ ਇੰਤਜ਼ਾਮ ਕਰਨੇ ਬਾਰੇ ਸੋਚ ਰਹੇ ਹੋ। ਇਹਦੇ ਬਾਰੇ ਸਾਡੇ ਦਰਸ਼ਕਾਂ ਨੂੰ ਜ਼ਰੂਰ ਦੱਸੋ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੁਝ ਦਿਨ ਪਹਿਲੇ ਮੈਨੂੰ USA ਟੈਕਸਸ ਤੋਂ ਇੱਕ ਕਾਲ ਆਈ ਹਾਂਜੀ। ਅਤੇ ਉਹਨਾਂ ਨੇ ਕਿਹਾ ਕਿ ਤੁਹਾਡਾ ਤੁਸੀਂ ਕੀ ਕਰ ਰਹੇ ਹੋ। ਹਾਂਜੀ। ਅਤੇ ਮੈਂ ਉਹਨਾਂ ਨੂੰ ਦੱਸਿਆ ਕਿ ਮੇਰੇ ਮਨ ਵਿੱਚ ਆ ਰਿਹਾ ਹੈਗਾ ਕਿ ਜਿਹੜੇ ਵੀ ਬਜ਼ੁਰਗ ਇਸ ਸੰਘਰਸ਼ ਵਿੱਚ ਹੈਗੇ, ਹਾਂਜੀ। ਠੰਡ ਅੱਤ ਦੀ ਠੰਡ ਹੈ ਇਸ ਵੇਲੇ, ਹਾਂਜੀ। ਲਗਭਗ 3 ਡਿਗਰੀ ਤੱਕ ਟੈਂਪਰੇਚਰ ਦਿੱਲੀ ਦੇ ਨੇੜੇ ਚੱਲ ਰਿਹਾ ਹੈਗਾ। ਹਾਂਜੀ। ਔਰ ਬੱਚੇ ਅਤੇ ਮਾਤਾਵਾਂ ਭੈਣਾਂ ਜਿਹੜੀਆਂ ਉੱਥੇ ਇਸ ਸੰਘਰਸ਼ ਵਿੱਚ ਯੋਗਦਾਨ ਦੇ ਰਹੀਆਂ ਹੈਗੀਆਂ, ਹਾਂਜੀ। ਉਹਨਾਂ ਵਾਸਤੇ ਸੀਗਾ ਕਿ ਕੰਬਲ, ਰਜਾਈਆਂ ਤੇ ਸਭ ਨੂੰ ਮਿਲ ਰਹੇ ਹੈਗੇ। ਹਾਂਜੀ। ਬਹੁਤ ਸੰਗਤਾਂ ਔਰ ਸੁਸਾਇਟੀ ਵੱਲੋਂ ਬਹੁਤ ਕੁਝ ਕੀਤਾ ਜਾ ਰਿਹਾ। ਲੰਗਰ ਵੀ ਬੜੇ ਹੈਗੇ, ਖਾਣ ਦੇ ਪਦਾਰਥ ਵੀ ਬੜੇ ਹੈਗੇ। ਹਾਂਜੀ। ਔਰ ਸੈਕਰੀਫਾਈਸ ਵੀ ਬੜਾ ਹੈਗਾ ਕਿ ਘਰਾਂ ਤੋਂ ਨਿਕਲ ਕੇ ਇਤਨੇ ਟਾਈਮ ਤੋਂ ਅੱਜ 25 ਦਿਨ ਹੁਣ ਆ ਗਏ ਹੈਗੇ। ਹਾਂਜੀ। ਔਰ ਇਹ ਸੀਗਾ ਕਿ ਉਹਨਾਂ ਬਜ਼ੁਰਗਾਂ ਵਾਸਤੇ, ਉਹਨਾਂ ਭੈਣਾਂ ਜਿਹੜੇ ਬੱਚਿਆਂ ਦੇ ਨਾਲ ਹੈਗੀਆਂ, ਉਹਨਾਂ ਵਾਸਤੇ ਅਸੀਂ ਕੁਛ ਇਸ ਤਰ੍ਹਾਂ ਦਾ ਉਪਰਾਲਾ ਕਰੀਏ ਕਿ ਉਹ ਰਾਤ ਉਹਨਾਂ ਦੀ ਨਿੱਘ ਵਿੱਚ ਬਤੀਤ ਹੋਏ। ਜੀ ਜੀ। ਅਤੇ ਪਾਣੀ ਦੀਆਂ ਹੌਟ ਵਾਟਰ ਬੋਟਲਸ, ਹਾਂਜੀ। ਇਹ ਮਨ ਬਣਾਇਆ ਹੈਗਾ ਕਿ ਇਹ ਉਹਨਾਂ ਨੂੰ ਉੱਥੇ ਪਹੁੰਚਾਈਆਂ ਜਾਣ, ਤਾਂ ਕਿ ਬਜ਼ੁਰਗਾਂ ਨੂੰ ਔਰ ਭੈਣਾਂ, ਲੇਡੀਜ਼ ਵਾਸਤੇ, ਬੱਚਿਆਂ ਦੇ ਨਾਲ ਜਿਹੜੀਆਂ ਹੈਗੀਆਂ ਉਹਨਾਂ ਨੂੰ ਉਹ ਦਿੱਤੀਆਂ ਜਾਣ। ਹਾਂਜੀ। ਤਾਂ ਕਿ ਉਹ ਰਾਤ ਉਹਨਾਂ ਦੀਆਂ ਕੋਜ਼ੀ ਹੋ ਜਾਣ। ਰਜਾਈ ਦੇ ਅੰਦਰ, ਕੰਬਲ ਦੇ ਅੰਦਰ ਅਗਰ ਇਸ ਤਰ੍ਹਾਂ ਦੀ ਪਾਣੀ ਦੀ ਬੋਤਲ, ਹੌਟ ਵਾਟਰ ਬੋਟਲ ਰੱਖ ਦਿੱਤੀ ਜਾਏ ਅਤੇ ਬੰਦਾ ਨਿੱਘਾ ਰਹਿੰਦਾ ਹੈਗਾ। ਹਾਂਜੀ। ਹਾਂਜੀ। ਬਿਮਾਰੀਆਂ ਤੋਂ, ਸਰਦੀ ਦੀਆਂ ਜਿਹੜੀਆਂ ਤਕਲੀਫਾਂ ਹੈਗੀਆਂ ਉਹਨਾਂ ਤੋਂ ਬਚਾਇਆ ਜਾ ਸਕਦਾ ਉਹਨਾਂ ਨੂੰ। ਹਾਂਜੀ। ਹਾਂਜੀ। ਇਹ ਉਪਰਾਲਾ ਹੈਗਾ। ਔਰ ਆਉਣ ਵਾਲੇ ਸੈਚਰਡੇ ਨੂੰ ਇਸ ਪ੍ਰੋਜੈਕਟ ਨੂੰ ਕੰਪਲੀਟ ਕਰਨ ਵਾਸਤੇ ਦਿੱਲੀ ਜਾਣਾ ਹੈਗਾ। ਹਾਂਜੀ। ਔਰ ਕੋਸ਼ਿਸ਼ ਹੈਗੀ ਹੈ ਕਿ ਇਹਦੀ ਡਿਸਟਰੀਬਿਊਸ਼ਨ ਜਿਹੜੀ ਹੈਗੀ ਹੈ, ਹਾਂਜੀ, ਖਾਲਸਾ ਏਡ ਦੇ ਜਿਹੜੇ ਵੋਲੰਟੀਅਰਸ ਹੈਗੇ ਉਹਨਾਂ ਦੇ ਰਾਹੀਂ ਕਰਾਂਗੇ, ਤਾਂ ਕਿ ਹਰ ਉਸ ਪ੍ਰਾਣੀ ਨੂੰ ਇਹ ਪਾਣੀ ਦੀਆਂ ਬੋਤਲਾਂ ਮਿਲ ਸਕਣ, ਜਿਹਦੇ ਜਿਹੜੀਆਂ ਮਤਲਬ ਇਹ ਨਾ ਹੋਏ ਕਿ ਮਿਸਯੂਜ਼ ਨਾ ਹੋਏ ਔਰ ਉਹਦਾ ਰਾਈਟ ਯੂਜ਼ ਹੋ ਸਕੇ। ਹਾਂ, ਚਲੋ ਇਹਦੀ ਗੱਲ ਬਾਅਦ 'ਚ ਕਰਦੇ ਹਾਂ। ਇਹ ਸਾਡੇ ਦਰਸ਼ਕਾਂ ਨੂੰ ਇਹ ਦੱਸੋ, ਇਹ ਜਿਹੜੇ ਅਮਰੀਕਾ ਵਾਲੇ ਸੱਜਣ ਆ, ਇਹ ਕੌਣ ਆ, ਕਿਵੇਂ ਤੁਹਾਨੂੰ ਜਾਣਦੇ ਹੈਗੇ ਆ? ਮੇਰੀ ਰਿਸ਼ਤੇਦਾਰੀ ਵਿੱਚ ਹੀ ਹੈਗੇ। ਅੱਛਾ ਜੀ। ਮੇਰੇ ਕਜ਼ਨ ਸਿਸਟਰ ਦੇ ਹਸਬੈਂਡ ਹੈਗੇ। ਨਾਂ ਵੀ ਦੱਸਿਓ ਉਹਨਾਂ ਦਾ। ਸਰਦਾਰ ਬਲਜੀਤ ਸਿੰਘ ਜੀ ਆਨੰਦ ਹੈਗੇ। ਬਲਜੀਤ ਸਿੰਘ ਆਨੰਦ। ਹਾਂਜੀ। ਗੁੱਡ। ਕਿੱਥੇ ਰਹਿੰਦੇ ਹੋ ਅਮਰੀਕਾ? ਉਹ ਟੈਕਸਸ ਵਿੱਚ ਹੈਗੇ ਜੀ। ਅੱਛਾ, ਗੁੱਡ। ਇੰਡੀਅਨ ਨਿਊਜ਼ਪੇਪਰਸ, ਇੰਡੀਅਨ ਮੈਗਜ਼ੀਨਸ ਦਾ ਉਹਨਾਂ ਦਾ ਕਾਰੋਬਾਰ ਹੈਗਾ। ਬਹੁਤ ਅੱਛੀ ਗੱਲ। ਅਤੇ ਉਹਨਾਂ ਨੇ ਇਸ ਵਾਸਤੇ ਮੈਨੂੰ $500 ਉੱਥੋਂ ਭੇਜਿਆ ਹੈਗਾ। ਅੱਛਾ। ਉਹਦੇ ਬਾਅਦ ਫਿਰ ਮੈਂ ਅਪੀਲ ਫੇਸਬੁੱਕ 'ਤੇ ਪਾਈ। ਹਾਂਜੀ। ਔਰ
ਉਹਦੇ ਰਾਹੀਂ ਜਿਹੜਾ ਫੰਡਸ ਮੇਰੇ ਕੋਲ ਇਕੱਠੇ ਹੋ ਰਹੇ ਹੈਗੇ, ਮੇਰਾ ਹੈ ਕਿ ਇਹਨਾਂ ਨੂੰ 2 ਫੇਜ਼ ਵਿੱਚ ਲਗਭਗ 500 ਬੋਤਲਾਂ, ਹਾਂਜੀ 500 ਹੌਟ ਵਾਟਰ ਬੋਟਲਸ, ਅਗਰ ਇਸ ਮੁਹਿੰਮ ਚਲਦੀ ਹੈ ਤੇ ਫਿਲਹਾਲ ਅਸੀਂ ਇਹ ਉਹਨਾਂ ਨੂੰ ਪ੍ਰੋਵਾਈਡ ਕਰਾਂਗੇ। ਅਗਰ ਮੁਹਿੰਮ ਅਗਰ ਵੱਧ ਜਾਂਦੀ ਹੈਗੀ, ਅਗਰ ਇਹ ਨਹੀਂ, ਮੈਨੂੰ ਲੱਗਦਾ ਇਹ ਵਜੇ ਸਰਕਾਰ ਮੰਨਣ ਦੇ ਮੂਡ 'ਚ ਨਹੀਂ ਲੱਗਦੀ। ਅੱਜ ਐਗਰੀਕਲਚਰ ਮਿਨਿਸਟਰ ਦਾ ਬੜਾ ਉਹ ਉਲਟਾ ਸਿੱਧਾ ਬਿਆਨ ਸੀ ਵੀ ਜਿਹੜੀਆਂ ਉਹਨਾਂ ਨੇ ਸੋ ਕਾਲਡ ਜਥੇਬੰਦੀਆਂ ਬਣਾਈਆਂ, ਉਹ ਕਹਿੰਦੀਆਂ ਵੀ ਸਾਨੂੰ ਇਹ ਜਿਹੜੇ ਕਾਨੂੰਨ ਬੜੇ ਵਧੀਆ ਬਣਾਏ, ਇਹਨਾਂ ਨੂੰ ਕੰਟੀਨਿਊ ਕਰੋ, ਕੋਈ ਇਹਦੇ ਵਿੱਚ ਚੇਂਜ ਕਰਨੇ ਦੀ ਲੋੜ ਨਹੀਂ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਇਹ ਸਰਕਾਰ ਦਾ ਜਿਹੜਾ ਨਜ਼ਰੀਆ ਹੈਗਾ ਇਹ ਬਿਲਕੁਲ ਸਹੀ ਨਹੀਂ ਹੈਗਾ। ਹਾਂਜੀ, ਇਹ ਤੇ ਜਿਸ ਤਰ੍ਹਾਂ ਥੋੜ੍ਹੇ ਦਿਨ ਪਹਿਲੇ ਮੰਤਰੀ ਜੀ ਨੇ ਕੁਝ ਲੋਕਾਂ ਨੂੰ ਇਕੱਠਾ ਕਰਕੇ ਔਰ ਇੱਕ ਮੈਮੋਰੈਂਡਮ ਇੱਕ ਉਹਨਾਂ ਨੂੰ ਫੜਾ ਰਹੇ ਹੈਗੇ, ਉਹ ਕਿਧਰੇ ਵੀ ਇੰਡੀਆ ਦੇ ਅੰਦਰ ਜਿੰਨੇ ਵੀ ਫਾਰਮਰਸ ਐਜੀਟੇਸ਼ਨ ਲੀਡਰਸ ਹੈਗੇ ਜਾਂ ਫਾਰਮਰਸ ਜਿਹੜੇ ਵੱਡੇ ਫਾਰਮਰਸ ਹੈਗੇ, ਉਹ ਸਾਰੇ ਇਹ ਕਹਿ ਰਹੇ ਕਿ ਅਸੀਂ ਇਹਨਾਂ ਬੰਦਿਆਂ ਨੂੰ ਚੀਣਦੇ ਹੀ ਨਹੀਂ, ਅਸੀਂ ਇਹਨਾਂ ਨਾਲ ਪਛਾਣਦੇ ਹੀ ਨਹੀਂ, ਸਾਰੇ ਫਰਜ਼ੀ ਆ ਬੰਦੇ, ਫਰਜ਼ੀ ਬੰਦੇ। ਇਸ ਤਰ੍ਹਾਂ ਇੱਕ ਹੱਸੀ ਦਾ ਕਾਰਨ ਬਣ ਰਿਹਾ ਹੈ। ਅਗਰ ਅੱਜ ਤੋਮਰ ਸਾਹਿਬ ਇਹ ਕਹਿ ਰਹੇ ਹੈਗੇ ਕਿ ਲੋਕ ਕਹਿ ਰਹੇ ਕਿ ਨਹੀਂ ਕਰਨਾ, ਉਹ ਤੇ ਸਾਨੂੰ ਨਜ਼ਰ ਹੀ ਆ ਰਿਹਾ ਕਿ ਕਾਰਪੋਰੇਟ ਦਾ ਇੰਨਾ ਜ਼ਿਆਦਾ ਪ੍ਰੈਸ਼ਰ ਹੈ ਤੁਹਾਡੇ ਤੇ। ਤੁਸੀਂ ਇਸ ਵੇਲੇ ਅਗਰ ਦੂਜੇ ਅਰਥਾਂ ਨਾਲ ਕਹੀਏ ਤੇ ਇਹ ਸਰਕਾਰ ਕਾਰਪੋਰੇਟ ਦੇ ਅੱਗੇ ਵਿਕ ਚੁੱਕੀ ਹੈ, ਪੂਰੀ ਤਰ੍ਹਾਂ ਵਿਕ ਚੁੱਕੀ ਹੈਗੀ। ਔਰ ਇਹਦਾ ਹੀ ਇੱਕ ਕਾਰਨ ਹੈਗਾ ਕਿ ਇਹ ਸੰਘਰਸ਼ ਇੰਨਾ ਲੰਬਾ ਹੋ ਗਿਆ। ਇੰਟਰਨੈਸ਼ਨਲੀ ਸਾਡੀ ਜਿਹੜੀ ਇਮੇਜ ਮੋਦੀ ਸਾਹਿਬ ਨੇ ਬਣਾਈ ਸੀਗੀ, ਉਹ ਇਸ ਵੇਲੇ ਡਿਮਨਿਸ਼ ਹੋ ਰਹੀ ਹੈਗੀ ਹੈ, ਉਹ ਘਟ ਰਹੀ ਹੈਗੀ ਹੈ। ਹੁਣ ਐਸਾ ਨਾ ਹੋਏ ਕਿ ਇਹ ਮਾਈਨਸ ਵਿੱਚ ਚਲੀ ਜਾਏ। ਇਹ ਇੱਕ ਹਿੰਦੁਸਤਾਨ ਵਾਸਤੇ, ਇੱਕ ਭਾਰਤ ਵਾਸਤੇ, ਇੱਕ ਸਾਡੇ ਇੰਡੀਆ ਦੇ ਵਾਸਤੇ ਇੱਕ ਬੜਾ ਵੱਡਾ ਧੱਕਾ ਹੋਏਗਾ ਅਗਰ ਇਸ ਮਸਲੇ ਨੂੰ ਇਮੀਡੀਏਟਲੀ ਹੁਣ ਇੰਟਰਸਟ ਛੱਡ ਦੇਣ, ਕਾਰਪੋਰੇਟ ਦਾ ਇੰਟਰਸਟ ਛੱਡ ਕੇ ਫਾਰਮਰ ਦੇ ਇੰਟਰਸਟ ਤੇ ਕੰਮ ਕਰਨ। ਇਹ ਮੇਰੀ ਗੁਜ਼ਾਰਿਸ਼ ਹੈਗੀ ਹੈ ਸਰਕਾਰ ਨੂੰ ਕਿ ਇਸ ਨੂੰ ਬਹੁਤ ਸੰਜੀਦਗੀ ਦੇ ਨਾਲ, ਸਿੰਸੀਅਰਿਟੀ ਦੇ ਨਾਲ, ਇਮਾਨਦਾਰੀ ਦੇ ਨਾਲ ਇਹਨੂੰ ਇੰਪਲੀਮੈਂਟ ਕਰਕੇ ਉਹਨੂੰ ਸਕ੍ਰੈਪ ਕਰਨ ਇਹ ਲਾਅ, ਔਰ ਇਹਨਾਂ ਲੋਕ ਫਾਰਮਰਸ ਨੂੰ ਆਪਣੇ ਘਰੀ ਭੇਜਣ ਤਾਂ ਕਿ ਆਉਣ ਵਾਲਾ ਹਿੰਦੁਸਤਾਨ ਦਾ ਭਵਿੱਖ ਸੁਖਾਵਣਾ ਹੋ ਸਕੇ, ਅੱਛਾ ਹੋ ਸਕੇ। ਇੱਕ ਭਾਈਚਾਰਾ ਜਿਹੜਾ ਸਾਡਾ ਟੁੱਟਿਆ ਹੋਇਆ ਸੀ, ਦੇਖੋ ਹਰਿਆਣਾ ਦੇ ਨਾਲ ਸਾਡਾ ਭਾਈਚਾਰਾ ਟੁੱਟਿਆ ਹੋਇਆ ਸੀਗਾ, ਪਰ ਅੱਜ ਹਰਿਆਣਾ ਦੇ ਨਾਲ ਫਿਰ ਉਹੀ ਭਾਈਚਾਰਾ ਬਣ ਗਿਆ। ਬਿਲਕੁਲ ਠੀਕ। ਰਾਜਸਥਾਨ ਦੇ ਨਾਲ ਸਾਡਾ ਭਾਈਚਾਰਾ ਟੁੱਟਿਆ ਪਿਆ ਸੀਗਾ, ਉਹ ਫਿਰ ਜੁੜ ਗਿਆ ਹੈਗਾ। ਅੱਛਾ, ਇੱਕ ਤਰਫੋਂ ਤੇ ਬਹੁਤ ਅੱਛਾ ਹੋਇਆ ਹੈ ਕਿ ਅਸੀਂ ਆਪਸ ਵਿੱਚ ਸਾਰੇ ਫਿਰ ਇੱਕ ਹੋ ਗਏ ਹੈਗੇ। ਹਾਂਜੀ। ਹੁਣ ਸਰਕਾਰ ਨੂੰ ਆਪਣੀ ਨੀਤੀਆਂ ਬਦਲਣੀਆਂ ਪੈਣਗੀਆਂ। ਇੱਕ ਆਨੰਦ ਸਾਹਿਬ ਮੈਨੂੰ ਹੋਰ ਗੱਲ ਦੱਸੋ, ਇੱਕ ਜਿਵੇਂ ਤੁਸੀਂ ਦੱਸਿਆ ਹੈਗਾ, ਇਹ ਜੋ ਕੁਝ ਪਰਮਾਤਮਾ ਕਰਦਾ ਹੈਗਾ ਉਹ ਭਾਣਾ ਤਾਂ ਉਹਦਾ ਹੀ ਹੁੰਦਾ ਹੈਗਾ। ਇੱਕ ਪੋਜ਼ਿਟਿਵ ਸਟੈਪ ਇਹ ਆਏ ਹੈਗੇ ਆ, ਇੱਕ ਜਿਹੜੇ ਸਿੱਖਾਂ ਵਿੱਚ, ਪੰਜਾਬੀਆਂ ਵਿੱਚ, ਦੂਜੇ ਸੂਬਿਆਂ ਵਾਲਿਆਂ ਨੇ ਆ ਕੇ ਸ਼ਮੂਲੀਅਤ ਕੀਤੀ ਹੈਗੀ ਆ। ਲਗਭਗ ਸਾਰਾ ਇੰਡੀਆ ਦੇ ਫਾਰਮਰ ਇੱਕ ਪਲੇਟਫਾਰਮ 'ਤੇ ਆ। ਦੂਜੇ ਪਾਸੇ ਮੋਦੀ ਸਾਹਿਬ ਤੇ ਤੋਮਰ ਸਾਹਿਬ, ਇਹਨਾਂ ਦੇ ਸਰਕਾਰ ਹੈਗੀ, ਬਾਕੀ ਸਾਰਾ ਇੰਡੀਆ ਇੱਕ ਪਾਸੇ ਆ। ਜਾਂ ਇਹਨਾਂ ਦਾ ਥੋੜ੍ਹੇ ਜਿਹੇ ਜਿਹੜੇ ਬੀਜੇਪੀ ਦੇ ਸਪੋਰਟਰ, ਜਾਂ ਇਹਨਾਂ ਦਾ ਗੋਦੀ ਮੀਡੀਆ। ਪਰ ਇਹਦੇ ਨਾਲ ਸਾਡੇ ਜਿਹੜੇ NRI ਵੀਰ ਭੈਣ ਭਰਾ ਹੈਗੇ ਆ, ਉਹਨਾਂ ਨੇ ਵੱਖ-ਵੱਖ ਕੰਟਰੀ ਵਿੱਚ, ਕੋਈ ਅਮਰੀਕਾ ਹੈਗਾ, ਕੋਈ ਕੈਨੇਡਾ ਹੈ, ਕੋਈ ਆਸਟ੍ਰੇਲੀਆ ਆ, ਕੋਈ ਇੰਗਲੈਂਡ ਆ, ਕੋਈ ਹੋਰ ਦੇਸ਼ਾਂ ਵਿੱਚ, ਸਾਰਿਆਂ ਜਗ੍ਹਾ ਬੜੀਆਂ ਵੱਡੀਆਂ ਡੈਮੋਸਟ੍ਰੇਸ਼ਨ ਹੋਈਆਂ। ਉਹ ਜਿਹੜੀਆਂ ਇੰਡੀਅਨ ਐਮਬੈਸੀ ਉੱਥੇ ਜਾ ਕੇ ਮੈਮੋਰੈਂਡਮ ਦਿੱਤੇ ਹੈਗੇ ਆ, ਅਤੇ ਲੋਕਾਂ ਵਿੱਚ ਇੰਟਰਨੈਸ਼ਨਲ ਜਿਹੜਾ ਪੰਜਾਬੀ ਭਾਈਚਾਰਾ ਉਹ ਵੀ ਜਿਹੜਾ ਹੈਗਾ ਪੰਜਾਬ ਨਾਲ ਜਾਂ ਇੰਡੀਆ ਨਾਲ ਫਿਰ ਜੁੜ ਗਿਆ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਇੱਕ ਸਮੇਂ ਨੇ ਇੱਕ ਜਿਹੜਾ ਪਿਛੋੜਾਪਨ ਸੀ ਸਾਡਾ, ਜਿਹੜੀ ਸਾਡੀ ਇਮੇਜ ਪੰਜਾਬੀ ਭਾਈਚਾਰੇ ਦੀ ਜਾਂ ਪੰਜਾਬ ਦੇ ਲੋਕਾਂ ਦੀ ਇਮੇਜ ਜਿਹੜੀ ਪਿਛਲੇ ਕੁਝ ਸਾਲਾਂ 'ਚੋਂ ਬਹੁਤ ਬੜਾ ਬੁਰਾ ਤਰੀਕੇ ਨਾਲ ਉਹਨੂੰ ਝਟਕਾ ਲੱਗਾ, ਜਿਹਨੂੰ ਡੈਮੇਜ ਕੀਤਾ ਗਿਆ ਸੀਗਾ। ਹੁਣ ਸਭ ਨੂੰ ਪਤਾ ਲੱਗ ਗਿਆ ਇਹ ਸਾਰੇ ਪ੍ਰੋਪੋਗੰਡਾ ਹੋ ਰਿਹਾ ਸੀਗਾ। ਸਾਡੇ ਪੰਜਾਬ ਦੇ ਅੰਦਰ ਜਿਹੜਾ ਕਲਚਰ, ਜਿਹੜਾ ਵਿਰਸਾ ਸਾਡੇ ਕੋਲ ਹੈਗਾ, ਉਹ ਬਹੁਤ ਰਿਚ ਹੈਗਾ। ਸਾਡੇ ਇਹ ਗੁਰੂਆਂ ਦੀ ਧਰਤੀ ਤੋਂ ਹੈਗਾ। ਸ਼ਹਾਦਤਾਂ ਦਾ ਇਹ ਮਹੀਨਾ ਚੱਲ ਰਿਹਾ ਹੈਗਾ। ਇਹਨਾਂ ਚੀਜ਼ਾਂ ਤੋਂ ਇਹ ਪੰਜਾਬੀ, ਇਹ ਸਿੱਖ ਭਾਈਚਾਰਾ, ਇਹ ਪੰਜਾਬੀ ਭਾਈਚਾਰਾ ਕਦੀ ਵੀ ਪਿੱਛੇ ਨਹੀਂ ਹਟਦਾ, ਔਰ ਇਹ ਅੰਤਮ ਆਪਣੇ ਸਵਾਸਾਂ ਤੱਕ ਇਹ ਲੜਨ ਨੂੰ ਤਿਆਰ ਬੈਠਾ ਹੈ।
ਇੱਕ ਜਿਵੇਂ ਤੁਸੀਂ ਥੋੜਾ ਜਿਹਾ ਮੈਂਸ਼ਨ ਕੀਤਾ ਹੈਗਾ, ਅੱਜ ਕੱਲ੍ਹ ਉਹ ਦਿਨ ਚੱਲ ਰਹੇ ਹੈਗੇ ਆ ਸ਼ਹਾਦਤਾਂ ਪੋਹ ਦਾ ਮਹੀਨਾ ਸ਼ਹਾਦਤਾਂ ਦਾ, ਕਿਨੇ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਤੋਂ, ਫਿਰ ਚਮਕੌਰ ਦੀ ਗੜੀ ਤੋਂ, ਫਿਰ ਉਹ ਜਿਹੜਾ ਅਗਲਾ ਜਿਹੜਾ ਸਾਰਾ ਹੀ ਉਹ ਹਿਸਟਰੀ ਵਿੱਚ ਵੀ ਵੱਖ-ਵੱਖ ਚੈਨਲਾਂ ਵੀ ਦਿਖਾਉਂਦੇ ਹੈਗੇ ਆ, ਉਹਦੇ ਤੋਂ ਵੀ ਇੱਕ ਜਿਹੜਾ ਸਾਡੇ ਪੰਜਾਬੀ ਕਿਸਾਨ ਆ ਉੱਥੇ ਦਿੱਲੀ ਬੈਠੇ ਆ ਜਾਂ ਪੰਜਾਬ ਦੇ ਲੋਕੀ, ਇੱਕ ਬਹੁਤ ਵੱਡਾ ਸਾਡੇ ਗੁਰੂਆਂ ਦੇ ਇਤਿਹਾਸ ਤੋਂ ਪ੍ਰੇਰਨਾ ਮਿਲ ਰਹੀ ਹੈਗੀ ਆ। ਬਹੁਤ ਸਹੀ ਕਿਹਾ ਵੀਰ ਜੀ ਤੁਸੀਂ, ਜਿਹੜੀ ਸਾਨੂੰ ਵਿਰਸੇ 'ਚ ਮਿਲਿਆ ਹੈ, ਹਾਂਜੀ ਸਾਡੇ ਗੁਰੂਆਂ ਦੀ ਕੁਰਬਾਨੀਆਂ, ਜੀ ਜੀ, ਭਾਵੇਂ ਗੁਰੂ ਤੇਗ ਬਹਾਦਰ ਸਾਹਿਬ ਦੀ ਲੈ ਲਈਏ, ਹਾਂਜੀ ਗੁਰੂ ਸਾਹਿਬ ਦੀ ਆਪਣੇ ਗੁਰੂ ਗੋਬਿੰਦ ਸਿੰਘ ਜੀ ਦੀ ਲੈ ਲਈਏ, ਜਾਂ ਸਾਹਿਬਜ਼ਾਦਿਆਂ ਦੀ ਲੈ ਲਈਏ, ਜੀ ਜੀ, ਮਾਤਾ ਜੀ ਦੀ ਲੈ ਲਈਏ, ਹਾਂਜੀ, ਇਹ ਸ਼ਹਾਦਤਾਂ ਕੋਈ ਹਵਾਈਆਂ ਨਹੀਂ ਜਾਣੀਆਂ। ਇਹ ਬਿਲਕੁਲ ਇਹ ਸਾਨੂੰ, ਇਹ ਉਹਨਾਂ ਦਾ ਰੰਗ ਹੈ। ਜਿਸ ਤਰ੍ਹਾਂ ਅਸੀਂ ਕਹਿ ਰਹੇ ਹਾਂ ਕਿ ਗੁਰੂ ਨਾਨਕ ਸਾਹਿਬ ਨੇ 20 ਰੁਪਏ ਦੀ FD ਕਰਾਈ, 20 ਰੁਪਏ ਨਾਲ ਇਹ ਸੱਚਾ ਸੌਦਾ ਦੀ ਪ੍ਰਥਾ ਸ਼ੁਰੂ ਕੀਤੀ। ਹਾਂਜੀ, ਅੱਜ ਗੁਰੂ ਦੇ ਕੋਈ ਵੀ ਕੋਨਾ ਹੋਵੇ, ਵਰਲਡ ਦੇ ਵਿੱਚ ਕੋਈ ਕੋਨਾ ਹੋਵੇ, ਉੱਥੇ ਲੰਗਰ ਦਾ ਪ੍ਰਵਾਹ ਚੱਲ ਜਾਂਦੇ ਹੈਗੇ। ਕਿੱਥੋਂ ਆਂਦਾ ਹੈ, ਕਿਸ ਤਰ੍ਹਾਂ ਚੱਲਦਾ ਹੈ, ਕਿਸੇ ਨੂੰ ਨਹੀਂ ਪਤਾ। ਇਹ ਇੱਕ ਬਰਕਤ ਹੈ, ਪਰਮਾਤਮਾ ਦੀ ਆਪਣੀ ਬਖਸ਼ੀ ਹੋਈ ਬਰਕਤ ਹੈ। ਹਾਂਜੀ ਹਾਂਜੀ, ਇਸੇ ਤਰ੍ਹਾਂ ਇਹ ਸ਼ਹਾਦਤਾਂ, ਇਹ ਜਿਹੜੇ ਸਿੰਘ ਜਿਹੜੇ ਉੱਥੇ ਬੈਠੇ ਹੈਗੇ, ਜਿਹੜੇ ਪੰਜਾਬੀ ਬੈਠੇ ਹੈ, ਜਿਹੜੇ ਹਿੰਦੁਸਤਾਨੀ ਉੱਥੇ ਬੈਠੇ ਹੈਗੇ, ਇਹਨਾਂ ਦਾ ਇਹ ਸਾਰਾ ਤਪੱਸਿਆ ਇੱਕ ਤਪ ਹੈਗਾ। ਇਸ ਸਰਦੀ ਦੇ ਅੰਦਰ ਇੰਨੀ ਸਰਦੀ ਦੇ ਵਿੱਚ ਉੱਥੇ ਬੈਠ ਕੇ ਓਪਨ ਵਿੱਚ ਬੈਠੇ ਹੋਏ ਹੈ, ਇਹ ਬਹੁਤ ਵੱਡੀ ਤਪੱਸਿਆ ਹੈ ਉਹਨਾਂ ਦੀ ਤਪੱਸਿਆ ਬਿਰਥੀ ਨਹੀਂ ਜਾਣੀ। ਇਹ ਸਰਕਾਰ ਨੂੰ ਭੁਲੇਖਾ ਹੈਗਾ। ਅਜੇ ਵੀ ਸਰਕਾਰ ਕੋਲ ਮੌਕਾ ਹੈਗਾ, ਇਹਨਾਂ ਨੂੰ ਰੱਦ ਕਰ ਦੇਣ। ਰੱਦ ਦੇ ਬਿਨਾਂ ਕੁਛ ਨਹੀਂ ਕਿਸੇ ਨੇ ਮੰਨਣਾ, ਕਿਉਂਕਿ ਤੁਸੀਂ ਜਿੰਨੇ ਐਕਸਪਰਟ ਦੇਖ ਲਓ, ਜਿੰਨੇ ਐਗਰੀਕਲਚਰ ਦੇ ਸਾਇੰਟਿਸਟ ਹਨ, ਬੜੀਆਂ ਵੀਡੀਓਜ਼ ਆ ਰਹੀਆਂ ਹੈਗੀਆਂ, ਜਿੰਨੇ ਇੰਟੈਲੈਕਚੁਅਲਸ ਹੈਗੇ, ਜਿੰਨੇ ਤਾਂ ਸਾਡੇ ਲਾਇਰਸ ਹੈਗੇ, ਸੁਪਰੀਮ ਕੋਰਟ ਦੇ ਲਾਇਰਸ ਹੈਗੇ, ਈਵਨ ਰਿਟਾਇਰਡ ਜੱਜਸ, ਰਿਟਾਇਰਡ IAS ਆਫੀਸਰ ਜਿਹੜੇ ਆ, ਉਹ ਸਾਰੇ ਕਹਿ ਰਹੇ ਹੈਗੇ ਕਿ ਇਹ ਕਾਨੂੰਨ ਖਾਲੀ ਕਾਰਪੋਰੇਟ ਘਰਾਣੇ ਨੂੰ ਉੱਚਾ ਕਰਨ ਵਾਸਤੇ ਹੈਗਾ। ਉਹ ਆਲਰੇਡੀ ਬਹੁਤ ਉੱਚੇ ਹੋ ਚੁੱਕੇ ਹੈਗੇ, ਤੁਸੀਂ ਉਹਨਾਂ ਨੂੰ ਬਹੁਤ ਕੁਝ ਦੇ ਦਿੱਤਾ ਹੈਗਾ। ਹੁਣ ਇਹ ਨਾ ਦੇ ਕੇ ਉਹਨਾਂ ਨੂੰ ਘਰ ਵਾਪਸੀ ਉਹਨਾਂ ਦੀ ਕਰਾ ਦਿਓ, ਔਰ ਆਪਣਾ ਸੁਖਾਣਾ ਪੰਜਾਬ, ਸੁਖਾਣਾ ਹਿੰਦੁਸਤਾਨ ਬਣਾਓ, ਤਾਂ ਕਿ ਸਾਡੀ ਸ਼ੋਭਾ ਜਿਹੜੀ ਅੱਗੇ ਬਣੀ ਹੋਈ ਸੀਗੀ ਮੁੜ ਕੇ ਆ ਜਾਏ। ਇੱਕ ਮੈਨੂੰ ਸਮਝ ਨਹੀਂ ਆਉਂਦੀ ਹੈਗੀ, ਅੱਜ ਮੈਂ ਸਵੇਰੇ ਸੈਰ ਕਰਨ ਜਾ ਰਿਹਾ ਸੀ ਕੋਈ 6 ਵਜੇ, ਬਹੁਤ ਸਾਰੇ ਲੋਕਾਂ ਨੇ ਆ ਜਿਹੜੇ ਕੁੱਤੇ ਵਗੈਰਾ ਹੁੰਦੇ ਹੈਗੇ, ਲੋਕਾਂ ਨੇ ਉਹਨਾਂ ਦੇ ਆਪਣੇ ਘਰਾਂ ਦੇ ਬਾਹਰ ਉਹ ਜਿਹੜੇ ਕੰਬਲ ਜਾਂ ਕੋਈ ਪੁਰਾਣੇ ਕੰਬਲ, ਉਹਨਾਂ ਦੇ ਉਹ ਵਿਚਾਰੇ ਇਕੱਠੇ ਹੋ ਕੇ ਪਏ ਹੈਗੇ ਆ। ਇੱਕ ਮੋਦੀ ਸਾਹਿਬ ਆ ਪੰਜਾਬ ਦੇ ਸਿਟੀਜ਼ਨਸ ਉੱਥੇ ਬੈਠੇ ਹੈਗੇ ਆ ਆਕਾਸ਼ ਵਿੱਚ, ਇਹਨਾਂ ਨੂੰ ਕੋਈ ਸਿੰਪਥੀ ਨਹੀਂ ਆ ਰਹੀ ਹੈਗੀ। ਇੱਕ ਹਿਊਮਨ ਐਂਗਲ ਵੀ ਹੁੰਦਾ ਹੈਗਾ, ਮਤਲਬ ਕਿਸ ਤਰੀਕੇ ਨਾਲ ਪੰਜਾਬੀਆਂ ਨੂੰ, ਪੰਜਾਬ ਦੇ ਕਿਸਾਨਾਂ ਨੂੰ ਜਾਂ ਇੰਡੀਆ ਦੇ ਕਿਸਾਨਾਂ ਨੂੰ ਇਹ ਟਰੀਟ ਕਰ ਰਹੇ ਹੈਗੇ। ਕੋਈ ਕਮੈਂਟ ਨਹੀਂ ਆਉਂਦਾ ਹੈਗਾ ਵੀ ਉਹ ਮਾੜੇ ਜਿਹੜਾ ਕਿੰਨੀ ਸਰਦੀ ਵਿੱਚ ਰਹਿ ਰਹੇ ਹੈਗੇ ਆ। ਇਹ ਇੰਨੇ ਨਿਰਦਈ ਕਿਉਂ ਹੋ ਗਏ ਮੋਦੀ ਸਾਹਿਬ, ਤੁਹਾਨੂੰ ਕੀ ਲੱਗਦਾ ਹੈਗਾ? ਇਹਨਾਂ ਦਾ ਅਸਰ, ਜਿਹੜਾ ਕਾਰਪੋਰੇਟ ਦਾ ਅਸਰ ਹੈ ਨਾ ਇਹਨਾਂ ਤੇ, ਹਾਂਜੀ, ਉਹ ਜਨਤਾ ਤੋਂ ਉੱਪਰ ਹੋ ਚੁੱਕਾ ਹੈ। ਹਾਂਜੀ, ਅਗਰ ਰਾਜਾ ਆਪਣੀ ਪ੍ਰਜਾ ਦੇ ਬਾਰੇ 'ਚ ਨਹੀਂ ਸੋਚੇਗਾ, ਭਾਵੇਂ ਜਿੰਨਾ ਮਰਜ਼ੀ ਇਹ ਆਪਣੇ ਕਾਰਡ ਚਲਾ ਲੈਣ, ਅਲਟੀਮੇਟਲੀ ਹਰ ਬੰਦੇ ਨੂੰ ਨਜ਼ਰ ਆ ਰਿਹਾ ਹੈਗਾ, ਹਰ ਇਨਸਾਨ ਨੂੰ ਨਜ਼ਰ ਆ ਰਿਹਾ ਹੈ ਕਿ ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ ਸਾਡਾ ਮੁਲਕ ਬਦਨਾਮ ਹੋ ਜਾਏਗਾ। ਤਬਾਹ ਛੱਡ ਕੇ ਜਾ ਰਿਹਾ ਹੈਗਾ, ਇੰਨਾ ਬਦਨਾਮ ਹੋ ਜਾਏਗਾ ਕਿ ਬਾਹਰਲੇ ਮੁਲਕਾਂ ਵਾਲੇ ਇਹਨਾਂ ਸਰਕਾਰਾਂ ਨੂੰ ਅਜੇ ਵੀ ਬਹੁਤ ਜ਼ਿਆਦਾ ਥੋ ਕਰ ਰਹੇ ਹੈਗੇ। ਹੁਣ ਵੀ ਅਜੇ ਵੀ ਸਮਾਂ ਹੈਗਾ, ਇਹਨੂੰ ਬਚਾਇਆ ਜਾਵੇ। ਹੁਣ ਸਮੇਂ ਨੂੰ ਅਜਾਈ ਨਾ ਜਾਣ ਦੇਣ, ਔਰ ਇਹਦੇ ਉੱਤੇ ਜਲਦੀ ਫੈਸਲਾ ਕਰਕੇ, ਔਰ ਇਹਨਾਂ ਕਾਨੂੰਨਾਂ ਨੂੰ ਜਿਹੜੇ ਕਿ ਬਿਲਕੁਲ ਬਹੁਤ ਵੱਡੇ ਘਾਤਕ ਹੈਗੇ, ਕਿਉਂ ਨਹੀਂ ਇਹ ਸਮਝ ਰਹੇ ਔਰ ਕਿਉਂ ਨਹੀਂ ਕਰ ਰਹੇ, ਇਸ 'ਤੇ ਵਿਚਾਰ ਕਰਕੇ ਔਰ ਇਹਨਾਂ ਨੂੰ ਵਾਪਸ ਲੈ ਕੇ, ਔਰ ਫਿਰ ਮੁੜ ਕੇ ਮੇਰੇ ਮਨ ਵਿੱਚ ਆ ਰਿਹਾ ਉਸੇ ਤਰ੍ਹਾਂ ਇੱਕ ਜਿਹੜਾ ਆਪਸ ਵਿੱਚ ਮੇਲ ਮਿਲਾਪ ਹੈਗਾ ਸਾਰਿਆਂ ਦਾ, ਇੱਕ ਅੱਛਾ ਹਿੰਦੁਸਤਾਨ ਦੀ ਉਸਾਰੀ, ਭਾਰਤ ਦੀ ਅੱਛੀ ਉਸਾਰੀ ਵਾਸਤੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਇਹ ਜੇ ਕੱਲ ਪਰਸੋਂ ਮੋਦੀ ਸਾਹਿਬ ਦਾ ਐਡਰੈਸ ਸੀ ਮੱਧ ਪ੍ਰਦੇਸ਼ ਦੇ ਕਿਸਾਨਾਂ ਨੂੰ, ਲਾਈਵ ਟੈਲੀਕਾਸਟ ਹੋਇਆ ਸੀ,
ਉਹਦੇ ਵਿੱਚ ਉਹਨਾਂ ਨੇ ਫਿਰ ਇਹ ਕਾਨੂੰਨਾਂ ਨੂੰ ਜਸਟੀਫਾਈ ਕੀਤਾ। ਅੱਜ ਫਿਰ ਮੰਤਰੀ ਨੇ, ਐਗਰੀਕਲਚਰ ਮਿਨਿਸਟਰ ਨੇ ਕੀਤਾ। ਅੱਜ ਤਾਂ ਬਲਕਿ ਰਿਵਰਸ ਜਾਣੇ ਦੀ ਕੋਸ਼ਿਸ਼ ਕਰਦੇ, ਇਹ ਤਾਂ ਜੀ ਅਸੀਂ ਅਮੈਂਡਮੈਂਟ ਵੀ ਕਰਨੇ ਲਈ ਤਿਆਰ ਨਹੀਂ। ਇਹ ਕੋਈ ਮਨ ਸਮੱਸਿਆ ਕਿਵੇਂ ਪੈ ਸਕਦੀ ਹੈਗੀ, ਜਾਂ ਕੀ ਕਹਿਣਾ ਚਾਹੁੰਦੀ ਸਰਕਾਰ? ਇਹ ਤੇ ਦੇਖੋ ਜੀ, ਪ੍ਰਭੂ ਅੱਲਾ ਗॉड ਵਾਹਿਗੁਰੂ ਹਾਂਜੀ, ਇਹੀ ਸਮਤ ਦੇ ਦੇਗਾ ਇਹਨਾਂ ਨੂੰ, ਤਾਂ ਹੀ ਜਾ ਕੇ ਗੱਲ ਬਣਨੀ ਹੈਗੀ ਹੈ। ਇਨਸਾਨ ਆਪਣੀ ਸੋਚ ਨਾਲ, ਅਗਰ ਔਰੰਗਜ਼ੇਬ ਨਹੀਂ ਰਿਹਾ ਤੇ ਇਹਨਾਂ ਨੇ ਕਿਹੜਾ ਇੱਥੇ ਰਹਿ ਜਾਣਾ ਹੈਗਾ। ਹੁਣ ਵੀ ਅਜੇ ਵੀ ਸਮਾਂ ਹੈਗਾ ਕਿ ਆਪਣਾ ਵੀ ਸਵਾਰਨ ਤੇ ਮੁਲਕ ਦਾ ਵੀ ਸਵਾਰ ਲੈਣ। ਇੱਕ ਅਖੀਰ ਵਿੱਚ ਦੱਸੋ ਵੀ ਜਿਵੇਂ ਮੈਨੂੰ ਲੱਗਦਾ ਹੈਗਾ, ਪਹਿਲਾਂ ਤਾਂ ਮੈਂ ਆਸਮੰਦ ਸੀ ਵੀ ਆ ਸ਼ਾਇਦ ਸਰਦੀ ਕਰਕੇ, ਹਿਊਮਨ ਐਂਗਲ ਕਰਕੇ ਸਰਕਾਰ ਥੋੜ੍ਹਾ ਜਿਹਾ ਜਿਹੜਾ ਸਿੰਪੈਥੈਟਿਕ ਕੰਸੀਡਰੇਸ਼ਨ ਕਰਕੇ ਕੋਈ ਨਾ ਕੋਈ ਜਲਦੀ ਕਰੇਗੀ। ਮੈਨੂੰ ਨਹੀਂ ਲੱਗਦਾ ਇਹ ਜਿਹੜਾ ਜਲਦੀ ਫੈਸਲਾ ਕੋਈ ਹੋਏਗਾ। 2-4-6 ਮਹੀਨੇ, ਪਤਾ ਨਹੀਂ ਕਿੰਨੀ ਦੇਰ ਐਕਸਟੈਂਡ ਹੋਣੇ ਦੀ ਸੰਭਾਵਨਾ ਹੈਗੀ ਆ। ਉਸ ਕੇਸ ਵਿੱਚ ਉੱਥੇ ਹਰ ਤਰ੍ਹਾਂ ਦਾ ਬਹੁਤ ਪੈਸਾ ਵੀ ਚਾਹੀਦਾ, ਫੈਸਿਲਿਟੀਜ਼ ਵੀ ਚਾਹੀਦੇ, ਰਿਸੋਰਸਿਸ ਵੀ ਚਾਹੀਦੇ ਹੈਗੇ। ਇੱਕ ਜਿਹੜੇ ਪੰਜਾਬੀਆਂ ਨੂੰ, ਜਾਂ ਜਿਹੜੇ ਸਾਡੇ ਪੰਜਾਬੀ ਆ ਆਲ ਓਵਰ ਵਰਲਡ, ਉਹਨਾਂ ਨੂੰ ਵੀ ਇੱਕ ਅਪੀਲ ਕਰ ਦਿਓ ਸਪੋਰਟ ਕਰਨੇ ਦੀ। ਸਾਡੇ ਗੁਰੂਆਂ ਨੇ ਸਾਨੂੰ ਦਸਵੰਧ ਕੱਢਣ ਦੀ ਪ੍ਰਥਾ ਦਿੱਤੀ ਹੈਗੀ ਜੀ ਜੀ, ਔਰ ਅਰਬਾਂ ਰੁਪਏ, ਖਰਬਾਂ ਰੁਪਏ, ਹਾਂਜੀ, ਜਿਹਦਾ ਕੋਈ ਲਿਮਿਟ ਹੀ ਨਹੀਂ ਹੈਗੀ, ਹਾਂਜੀ, ਉਹ ਪੰਪਿੰਗ ਹੋ ਰਹੇ ਹੈਗੇ, ਹਾਂਜੀ, ਔਰ ਹੁੰਦੇ ਰਹਿਣਗੇ। ਇਹ ਸੰਘਰਸ਼ ਘਟਣਾ ਨਹੀਂ, ਖਤਮ ਨਹੀਂ ਹੋਣਾ ਜਦ ਤੱਕ ਇਹਦਾ ਸੰਵਿਧਾਨ ਸਰਕਾਰ ਨਹੀਂ ਸੋਚ ਕੇ ਅਗਰ ਨਹੀਂ ਕਰੇਗੀ। ਤੇ ਇਹ ਫਾਈਟ ਭਾਵੇਂ ਜਿੰਨਾ ਮਰਜ਼ੀ ਲੰਬਾ ਕਰ ਲੈਣ, ਪੀਸਫੁਲੀ ਰਹੇਗੀ ਔਰ ਪੀਸਫੁਲ ਚਲੇਗੀ। ਸ਼ਰਾਰਤੀ ਤੱਤਵਾਂ ਨੂੰ ਵੀ ਮੈਂ ਕਹਾਂਗਾ ਕਿ ਸਰਕਾਰ ਦੇ ਇਸ਼ਾਰਿਆਂ ਤੇ, ਜਿਸ ਤਰ੍ਹਾਂ ਕਿ ਮੈਂ ਉੱਥੋਂ ਦੇਖਦਾ ਆਇਆ ਹੈਗਾ, ਕੁਝ ਚੈਨਲਾਂ ਨੇ ਦਿਖਾਇਆ ਹੈਗਾ ਕਿ ਕਿਧਰੇ ਸ਼ਰਾਬਾਂ ਲੈ ਕੇ ਜਾ ਰਹੇ, ਕਿਧਰੇ ਨਸ਼ੇ ਲੈ ਕੇ ਜਾ ਰਹੇ, ਕਿਧਰੇ ਕੁੜੀਆਂ ਤੇ ਬੀਬੀਆਂ ਨੂੰ ਲੈ ਕੇ ਜਾਣ-ਬੁੱਝ ਕੇ ਬਦਨਾਮ ਕਰਨ ਦੀ ਖਾਤਰ ਇਹ ਇਸ ਤਰ੍ਹਾਂ ਦੀਆਂ ਹਰਕਤਾਂ, ਕੋਝੀਆਂ ਹਰਕਤਾਂ ਨਾ ਕਰਕੇ ਇਮਾਨਦਾਰੀ ਦੇ ਨਾਲ, ਦੇਣਦਾਰੀ ਦੇ ਨਾਲ ਇਸ ਮੁਲਕ ਦੀ ਅੱਛਾਈ ਵਾਸਤੇ, ਇਸ ਮੁਲਕ ਨੂੰ ਏਕਤਾ ਦੇ ਮਾਲਾ ਦੇ ਵਿੱਚ ਪਰੋਏ ਰੱਖਣ ਵਾਸਤੇ ਸਰਕਾਰ ਨੂੰ ਇਸ ਮਸਲੇ ਨੂੰ ਜਲਦੀ ਹੱਲ ਕਰ ਲੈਣ। ਪੈਸੇ ਦੀ ਕੋਈ ਕਮੀ ਨਹੀਂ ਆਣੀ। ਪੈਸਾ ਦੁਨੀਆ ਵਿੱਚ ਬਹੁਤ ਲੋਕ ਹਨ ਜਿਹੜੇ ਕਿ ਅਗਰ ਸੀਸਗੰਜ ਦੇ ਨਾਲ ਟਰੰਕਾਂ ਦੇ ਟਰੰਕ ਭਰ ਕੇ ਸੱਜਣ ਮਾਇਆ ਛੱਡ ਗਏ ਹੈਗੇ, ਜਿਨ੍ਹਾਂ ਦਾ ਕੋਈ ਅਤਾ ਪਤਾ ਨਹੀਂ ਸੀਗਾ। ਸਾਰੀਆਂ ਨਾਲ ਦੀਆਂ ਪ੍ਰਾਪਰਟੀਆਂ ਖਰੀਦ ਕੇ ਸੀਸਗੰਜ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਲੋਕਾਂ ਨੇ ਪ੍ਰਣਾਮ ਕੀਤਾ ਹੈ। ਜੀ ਜੀ ਜੀ, ਇਸ ਸੰਘਰਸ਼ ਨੂੰ ਵੀ ਇਦਾਂ ਹੀ ਹੋਏਗਾ, ਇਸੇ ਤਰ੍ਹਾਂ। ਕੋਈ ਪੈਸੇ ਦੀ ਕਮੀ ਨਹੀਂ ਆਣੀ, ਕੋਈ ਇਹਨਾਂ ਦੇ ਇਹ ਵਿਚਲਿਤ ਨਹੀਂ ਹੋਣੇ। ਜਿੰਨਾ ਮਰਜ਼ੀ ਕਰ ਲੈਣ, ਜਿੰਨਾ ਮਰਜ਼ੀ ਨੂੰ ਪ੍ਰੋਲੋਂਗ ਕਰ ਲਓ, ਇਹ ਨਹੀਂ ਵਿਚਲਿਤ ਹੋਣਗੇ। ਇਹ ਅਰਦਾਸ ਕਰਕੇ ਬੈਠੇ ਹੈ, ਔਰ ਸਿੰਘਾਂ ਦੀ ਅਰਦਾਸ ਜਿਹੜੀ ਹੈ ਉਹਦੀ ਵਿੱਚ ਬੜੀ ਸ਼ਕਤੀ ਹੈ। ਉਸ ਸ਼ਕਤੀ ਦੇ ਨਾਲ ਇਹ ਜਦ ਤੱਕ ਇਹਨਾਂ ਨੇ ਵਿਜੇ ਨਹੀਂ ਹਾਸਲ ਕਰਨੀ, ਜਦ ਤੱਕ ਇਹਨਾਂ ਕਾਨੂੰਨਾਂ ਨੂੰ ਰੱਦ ਨਹੀਂ ਹੋਣਾ ਕਰਨਗੇ, ਤਦ ਤੱਕ ਇਹ ਸੰਘਰਸ਼ ਜਾਰੀ ਰਹੇਗਾ। ਔਰ ਇਹਨਾਂ ਨੂੰ, ਸਰਕਾਰ ਨੂੰ ਮੁੜ ਕੇ ਇਹਨਾਂ ਦੀ ਝੋਲੀ ਵਿੱਚ ਇਹ ਕਾਲੇ ਕਾਨੂੰਨ ਕੈਂਸਲ ਖਤਮ ਕਰਕੇ ਹੀ ਤਾਂ ਇਹਨਾਂ ਨੂੰ ਸਫਲਤਾ ਮਿਲਣੀ ਹੈਗੀ। ਇੱਕ ਅਖੀਰ ਵਿੱਚ ਤੁਸੀਂ ਮੋਦੀ ਸਾਹਿਬ ਨੂੰ ਵੀ ਬੇਨਤੀ ਕਰਦੇ ਹੋ, ਪੰਜਾਬ ਦੀ ਡਿਸੇਬਿਲਿਟੀ ਵਿੱਚ ਤੁਸੀਂ, ਮੇਰੇ ਖਿਆਲ ਪੰਜਾਬ ਵਿੱਚ ਨੰਬਰ 1 ਤੁਹਾਡੀ NGO, ਜੋ ਤੁਸੀਂ ਸੋਸ਼ਲ ਸਮਾਜ ਸੇਵਾ, ਸੋਸ਼ਲ ਵੈਲਫੇਅਰ ਲਈ ਕੰਮ ਕਰ ਰਹੇ ਹੋ, ਕਿ ਮੋਦੀ ਸਾਹਿਬ ਨੂੰ ਵੀ ਅਪੀਲ ਕਰ ਦਿਓ ਵੀ ਕਿਰਪਾ ਕਰਕੇ, ਹੋਰ ਨਹੀਂ ਤਾਂ ਠੰਡ ਦੇ ਮੌਸਮ ਨੂੰ ਹੀ ਕੁਛ ਨਾ ਕੁਛ ਕੰਸੀਡਰ ਕਰਕੇ ਇਹ ਜਿਹੜਾ ਹੈਗਾ ਕੋਈ ਜਲਦੀ ਦਾ ਸੋਲੂਸ਼ਨ ਕੱਢਣ। ਮੋਦੀ ਸਾਹਿਬ ਅੱਗੇ ਮੇਰੀ ਗੁਜ਼ਾਰਿਸ਼ ਹੈ, ਦਰਖਾਸਤ ਹੈ, ਰਿਕੁਐਸਟ ਹੈ ਕਿ ਇਹਨਾਂ ਜਿਹੜੇ ਤਪੱਸਿਆ ਕਰ ਰਹੇ ਹੈਗੇ, ਇਹਨਾਂ ਦੀਆਂ ਦੁਆਵਾਂ ਲੈ ਲਓ। ਇਹਨਾਂ ਦੇ ਦੁਆਵਾਂ ਦੇ ਨਾਲ ਤੁਸੀਂ, ਇਹ 10 ਸਾਲ ਦਾ ਰਾਜ ਹੈ, ਤੁਹਾਡਾ 100 ਸਾਲ ਦਾ ਰਾਜ ਹੋ ਜਾਏ, ਸਾਨੂੰ ਇਹਦੇ 'ਚ ਖੁਸ਼ੀ ਹੋਏਗੀ। ਪਰ ਦੁਆਵਾਂ ਲਓ, ਕਿਸੇ ਗਰੀਬ ਦੀ ਹਾਏ ਨਾ ਲਓ, ਬਦਦੁਆ ਨਾ ਲਓ। ਬਦਦੁਆ ਦੇ ਨਾਲ ਲੋਕਾਂ ਦੇ ਅਹੰਕਾਰ ਟੁੱਟ ਜਾਂਦੇ ਹੈਗੇ। ਬਦਦੁਆ ਦੇ ਨਾਲ ਲੋਕਾਂ ਦੀਆਂ ਕਮਰ ਟੁੱਟ ਜਾਂਦੀਆਂ ਹੈਗੀਆਂ, ਰੀੜ੍ਹ ਦੀਆਂ ਹੱਡੀਆਂ ਟੁੱਟ ਜਾਂਦੀਆਂ ਹੈਗੀਆਂ। ਔਰ ਜਿਹੜਾ ਤੁਸੀਂ ਸਥਾਪਿਤ ਕਰ ਲਿਆ ਹੈਗਾ ਆਪਣੇ ਆਪ ਨੂੰ, ਇਹਨੂੰ ਬਚਾਉਣ ਵਾਸਤੇ ਤੁਸੀਂ ਸਭ ਦੀਆਂ ਦੁਆਵਾਂ ਲਓ, ਔਰ ਤਾਂ ਕਿ ਕਿਸੇ ਦੀ ਹਾਏ ਨਾ ਲਓ। ਆਉਣ ਵਾਲੀਆਂ ਜਨਰੇਸ਼ਨਾਂ ਅਗਰ ਆਪਣੇ ਮਾਂ ਪਿਓ ਨੂੰ ਕਹਿਣਗੀਆਂ ਕਿ ਤੁਸੀਂ ਕੀ ਕੀਤਾ ਸੀਗਾ, ਕਾਲਾ ਕਾਨੂੰਨ ਤੁਸੀਂ ਕਿਉਂ ਐਕਸੈਪਟ ਕੀਤਾ ਸੀਗਾ,
ਹਾਂਜੀ ਤੇ ਉਹ ਤੁਹਾਡੀਆਂ ਬਦਦੁਆਵਾਂ ਕਿਧਰੇ ਨਾ ਕਿਧਰੇ ਲੱਗਣਗੀਆਂ ਤੇ ਉਹ ਆਪਣੀਆਂ ਪੁਸ਼ਤਾਂ ਨੂੰ ਬਚਾਉਣ ਵਾਸਤੇ ਅਮਿਤ ਸ਼ਾਹ ਜੀ ਨੂੰ ਕਹਾਂਗਾ ਕਿ ਤੁਸੀਂ ਵੀ ਆਪਣੀ ਪੁਸ਼ਤਾਂ ਨੂੰ ਬਚਾ ਲਓ ਇਸ ਹੰਕਾਰ ਨੂੰ ਛੱਡ ਕੇ ਔਰ ਜਨਤਾ ਦੀ ਆਵਾਜ਼ ਸੁਣੋ ਔਰ ਕਿਸੇ ਦਾ ਬਦਦੁਆ ਨਾ ਲਓ ਕੋਈ ਤੁਹਾਨੂੰ ਅੰਬਾਨੀ ਅਡਾਨੀ ਕੁਛ ਵੀ ਨਹੀਂ ਦੇ ਕੇ ਪਾਸ ਜਾਣਗੇ ਕੀ ਦੇ ਦੇਣਗੇ ਅਰਬ ਰੁਪਇਆ 2 ਅਰਬ ਰੁਪਇਆ 10 ਅਰਬ ਰੁਪਇਆ ਸਾਰਾ ਨਿਕਲ ਜਾਏਗਾ ਤੁਸੀਂ ਖਾਲੀ ਹੱਥ ਆਇਆ ਅਸੀਂ ਸਾਰਿਆਂ ਨੇ ਖਾਲੀ ਹੱਥ ਜਾਣਾ ਮੁੱਠੀ ਬੰਦ ਹੀ ਰਵੇ ਤੇ ਉਹਦੇ 'ਚ ਹੀ ਏਕਤਾ ਹੈਗੀ ਹੈ ਮੁੱਠੀ ਖੁੱਲ ਗਈ ਤੇ ਖਾਕ ਹੈ ਸੋ ਦਰਸ਼ਕੋ ਕਹਿੰਦੇ ਹੈਗੇ ਆ ਲੋਕਾਂ ਦੀ ਆਵਾਜ਼ ਹੀ ਉਹ ਰੱਬ ਦੀ ਆਵਾਜ਼ ਹੁੰਦੀ ਮੋਦੀ ਸਾਹਿਬ ਨੂੰ ਚਾਹੀਦਾ ਹੈਗਾ ਇਹ ਜਿਹੜੀ ਲੋਕਾਂ ਦੀ ਆਵਾਜ਼ ਨਹੀਂ ਇਹ ਰੱਬ ਦੀ ਆਵਾਜ਼ ਹੈ ਇਹਨੂੰ ਪਛਾਣਨਾ ਚਾਹੀਦਾ ਹੈਗਾ ਤੁਸੀਂ ਆਨੰਦ ਸਾਹਿਬ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਹੈਗੀਆਂ ਤੁਸੀਂ ਬਹੁਤ ਸੋਹਣਾ ਕੰਮ ਕਰਨ ਜਾ ਰਹੇ ਹੋ ਇਹ ਡਟ ਕੇ ਸੋਸ਼ਲ ਕੰਮ ਕਰੋ ਬਾਕੀ ਪੰਜਾਬੀਆਂ ਨੂੰ ਵੀ ਬੇਨਤੀ ਹੈਗੀ ਜਿੰਨੀ ਦੇਰ ਤੱਕ ਇਹ ਸੰਘਰਸ਼ ਚੱਲਦਾ ਹੈਗਾ ਉਨੀ ਦੇਰ ਤਾਈਂ ਡਟ ਕੇ ਸਪੋਰਟ ਕਰਨ ਤੁਸੀਂ ਆਨੰਦ ਸਾਹਿਬ ਸਾਡੇ ਨਾਲ ਜੁੜੇ ਬਹੁਤ ਸੋਹਣੀਆਂ ਗੱਲਾਂ ਕੀਤੀਆਂ ਬਹੁਤ ਬਹੁਤ ਮਿਹਰਬਾਨੀ ਥੈਂਕ ਯੂ ਵੈਰੀ ਮਚ ਸਰ ਥੈਂਕ ਯੂ